मौलाना रूम का मिजाज है मिसालें दे दे के बातें समझाते हैं। फरमाने में वो बादशाह बैठा था अपनी पूरी कबीना के साथ शाही बागीचे में, ठंडी ठंडी हवा पे चले, अंगूर नार सेब शेब अंजीरा खजूरा पईयां सामने, नाल गल्लां पे करन नाल पे खान। वो दूर ना को बाबा पे जाए तो बादशाह ने ना बाबे ਨੂੰ ਵੇਖਿਆ ਤੇ ਇੱਕਦਮ ਬਾਬੇ ਨੂੰ ਵੇਖ ਕੇ ਨਾ ਬਾਦਸ਼ਾਹ ਨੂੰ ਸ਼ਰਾਰਤ ਹੋ ਜਾਵੇ। ਆਪਣੀ ਸਾਰੀ ਕਬੀਨਾ ਨੂੰ ਕਹਿੰਦਾ ਤੁਹਾਨੂੰ ਅੱਜ ਬਾਬੇ ਦਾ ਸ਼ੁਗਰ ਨਾ ਵਿਖਾਵਾਂ, ਕਿਹੜਾ ਜਿਹੜਾ ਬਾਦਸ਼ਾਹ ਦੀ ਹਾਂ ਜਹਾਨ ਨਾ ਮਿਲਦਾ। ਸਾਰਿਆਂ ਨੇ ਕਿਹਾ ਜੀ ਆਲੀ ਜਾ ਜੀ ਆਲੀ ਜਾ। ਉਹ ਪਿੱਛੇ ਖਲੋਤੇ ਸਿਪਾਹੀ ਨੂੰ ਆਖਿਆ ਓਏ ਬਾਬਾ ਦਿਸਦਾ ਪਈ? ਉਹਨੇ ਕਿਹਾ ਜੀ। ਤੇ ਮੈਂ ਬੁਲਾ ਲਿਆ, ਬਾਬਾ ਆ ਗਿਆ। ਬਾਦਸ਼ਾਹ ਨੇ ਨਾ ਲਾਲ ਰੰਗ ਦਾ ਰੁਮਾਲ ਕੱਢਿਆ ਜੇਬੂ ਤੇ ਬਾਬੇ ਨੂੰ ਦੇ ਕੇ ਕਹਿੰਦਾ ਬਾਬਾ ਸਾਰਿਆਂ ਨੂੰ ਵੇਖ, ਬਾਬਾ ਦੀ ਉਮਰ ਰਸੀਦਾਂ ਤੂੰ ਬੜਾ ਤਜਰਬਾਕਾਰ ਬੰਦਾ ਲੱਗਣਾ ਮੈਨੂੰ, ਸਾਰਿਆਂ ਨੂੰ ਵੇਖ ਜਿਹੜਾ ਸਭ ਤੋਂ ਬਹੁਤਾ ਬੇਵਕੂਫ ਲੱਗਦਾ ਨਾ ਇਹ ਰੁਮਾਲ ਉਹਦੀ ਝੋਲੀ ਰੱਖ ਦੇ। ਹੁਣ ਬਾਬਾ ਬਾਦਸ਼ਾਹ ਨੇ ਕੋਈ ਕੁਜ਼ੀਨ ਬਣਾਇਆ ਹੋਏਗਾ ਕਿ ਰੁਮਾਲ ਕਿਸੇ ਦੀ ਝੋਲੀ ਰੱਖੇਗਾ ਤੇ ਮੈਂ ਰੱਖਣਾ ਇੰਜ ਕਰਾਂ, ਲੇਕਿਨ ਬਾਬਾ ਬੜਾ ਸਿਆਣਾ ਸੀ ਇਹਦਾ। ਉਹਨੇ ਸਾਰਿਆਂ ਨੂੰ ਵੇਖਿਆ, ਉਹਨੇ ਰੁਮਾਲ ਆਪਣੀ ਜੇਬੇ ਪਾਇਆ ਤੇ ਵਾਪਸ ਟੁਰ ਗਿਆ। ਸਾਰਿਆਂ ਨੂੰ ਬੜਾ ਬੇਵਕੂਫ ਮੈਂ बादशाह का मुंह तकता रह गया, हूँ की कर सकता कख नहीं कर सकता। लेकिन मौलाना रूम कहते हैं कि कुछ दिन गुजरे तो बादशाह बीमार हो गया और बीमारी ऐसी कि समझ ही ना आए। बड़ी की माने कोशिश की थी लेकिन तो बीमारी का नहीं पता लगा कि फिर इलाज की। बादशाह रोज सुख के हजरत तो पीला हो गया एवं हड्डियां का ढेर। तबीबा ने अज आके आख्या बई नबज डुबदी पई और होएगा वही जो अल्लाह की जात चाहेगी, लेकिन साडा दिल तजुर्बा कहता है कि बादशाह चौथा दिन वेखेगा। फैसला होया भी दिन जो तीन रह गए, इंज करो एक दिन रियाया दी ते बादशाह दी एक मुलाकात करवा दे। आरजी तौर पर ना एक कमरा बनाया गया, दो बूहे रखे गए, एक तो लोग आते जाते बादशाह को मिलते तो दूजे तो बाहर निकल। मौलाना रूम फरमाते हैं कि बाबा भी आ गया बीमार वाला, एक बादशाह सी बीमार, दूसरा जी मुलाकात हुई सरसरी जी, इसलिए बादशाह ने बिल्कुल भी बाबा को नहीं आया। बाबा आया, बाबे ने आके आख्या अस्सलाम वालेकुम जी, बादशाह सलामत। उन्हें कहा वालेकुम सलाम बाबा। आ भी बाबा बादशाह सलामत, कितने की तैयारी है? जो तैयारी का लफ्ज सुनिया ना तो बादशाह रो गया। पता भाजी सानू क्यों नहीं रोना आंदा? ਅਸੀਂ ਕਿਸੇ ਮਰਨੇ ਤੇ ਵੀ ਜਾਈ ਸਾਨੂੰ ਨਹੀਂ ਹੋਣਾ, ਸਾਡੇ ਸਾਹਮਣੇ ਬੰਦਾ ਕਬਰ ਚ ਦਮ ਛੱਡ ਦੇ ਸਾਨੂੰ ਫੇਰ ਕਿਉਂ ਬਲਾ ਇਹ ਚੀਜ਼ਾਂ ਹਮ पे क्यों असर नहीं करती? ਜਿਹੜਾ ਬੰਦਾ ਨਸ਼ੇ 'ਚ ਹੋਏ ਤੁਸੀਂ ਉਹਨੂੰ ਕੁਝ ਵੀ ਸਮਝਾ ਸਕਦੇ ਨਹੀਂ। ਭਾਈ ਸਾਹਿਬ 2 ਘੰਟੇ ਲੱਗੇ ਰਹਿਣ ਕਿਉਂਕਿ ਹੈ ਹੀ ਨਸ਼ੇ, ਉਹ ਹੋਸ਼ ਚ ਆਈ। ਅਸੀਂ ਵੀ ਨਸ਼ੇ 'ਚ ਆ बोलेंगे शायद बाद में बोले आप भाई साहब अल्लाह ना लगो रमजान है केड़ा इल्जाम फैलाते साडे ਅਸੀਂ ਕਿਤੇ ਨਸ਼ਾ ਕਰਦੇ ਲਾਜ਼ਮੀ ਤੇ ਨਹੀਂ ਕਹਿੰਦੇ ਨਸ਼ਾ ਹੋਈ ਹੋਏ, ਨਸ਼ੇ ਹੋਰ ਵੀ ਬੜੇ ਬਰਾਦਰੀ ਦਾ ਨਸ਼ਾ ਦੇਖੋ ਨਾ ਕਿੰਨਾ ਨਸ਼ਾ ਸਾਨੂੰ ਆਪਣੀ ਆਪਣੀ ਬਰਾਦਰੀ ਦਾ। ਗੱਡੀਆਂ ਪਿੱਛੇ ਅੱਡਾ ਕਰਕੇ ਲਗਾਇਆ, ਆਪਣੇ ਬੂਹੇ ਤੇ ਬਾਹਰ ਲਿਖਾਇਆ, ਆਈਡੀਆਂ ਸਾਡੇ ਮੁੰਡਿਆਂ ਨੇ ਆਪਣੀ ਬਰਾਦਰੀ ਦੇ ਨਾਂ ਦੀਆਂ ਬਣਾਈਆਂ। मैं भी मेरा भी जिस बरादरी से ताल्लुक है, ठीक है, एक हद तक मैं भी बोलता हूँ। नशा है ना पानी है, जवानी का नशा, जवानी फिर नहीं आनी, सौन का नशा, पैसे का नशा, यारी दोस्ती का नशा, ताल्लुकात का नशा, और भी गुनाह आगे क्या नहीं बड़े। ਇੱਥੇ ਤੇ ਜਿਹਨੇ ਇੱਕ ਨਸ਼ਾ ਕੀਤਾ ਹੋਏ ਤੁਸੀਂ ਉਹਨੂੰ ਨਹੀਂ ਸਮਝਾ ਸਕਦੇ, ਅਸੀਂ ਤਾਂ ਘਰ ਵੀ ਢੇਰ ਲਏ, ਸਾਨੂੰ ਕੌਣ ਸਮਝਾਏ? ਐਸੇ ਵੀ ਸਾਨੂੰ ਸਮਝ, ਕਿਉਂਕਿ ਉਸ ਟਾਈਮ ਜੀ ਬਾਦਸ਼ਾਹ ਦੇ ਸਾਰੇ ਨਸ਼ੇ ਟੁੱਟ ਗਏ। ਉਹਨੂੰ ਪਤਾ ਸੀ ਹੁਣ ਤਖਤ ਮੇਰਾ, ਹੁਣ ਜਵਾਨੀ ਵੀ ਮੇਰੀ, ਹੁਣ ਬਰਾਦਰੀ ਵੀ ਮੇਰੇ ਕਿਸੇ ਕੰਮ ਆਣੀ, ਸਭ ਨਸ਼ੇ ਟੁੱਟ ਗਏ। ਬਾਦਸ਼ਾਹ ਫੁੱਲ ਹੋਸ਼ ਵਿੱਚ। ਇਸ ਲਈ ਜਦੋਂ ਤਿਆਰੀ ਦਾ ਲਫ਼ਜ਼ ਸੁਣਿਆ ਤੇ ਬਾਦਸ਼ਾਹ ਰੋ ਪਿਆ, ਕਹਿਣ ਲੱਗਾ ਬਾਬਾ ਜੀ ਇੱਕ ਸਫ਼ਰ ਦੀ ਤਿਆਰੀ। ਬਾਬਾ ਫਿਰ ਬੋਲਿਆ, ਉਹਨੇ ਕਿਹਾ ਬਾਦਸ਼ਾਹ ਸਲਾਮਤ ਇਹ ਕਿਵੇਂ ਦਾ ਸਫ਼ਰ ਹੈ? ਅਗੇ ਤੇ ਸਫ਼ਰ ਤੇ ਜਾਂਦੇ ਹੁੰਦੇ ਹੋ ਤੇ ਬੜਾ ਪ੍ਰੋਟੋਕੋਲ ਹੁੰਦਾ, ਸਾਮਾन्य ਸਫ਼ਰ ਹੁੰਦਾ ਹੈ, ਹਾਥੀ ਘੋੜੇ ਪੈਦਲ ਤੀਰਾਂ ਵਾਲੇ ਤਲਵਾਰਾਂ ਵਾਲੇ ਨੇਜ਼ਿਆਂ ਵਾਲੇ, ਇਹ ਯਾਰ ਕਿਹੜਾ ਸਫ਼ਰ ਹੈ? ਸਮਾਨ ਹੀ ਨਹੀਂ ਹੈ ਸਫ਼ਰ ਦਾ। ਬਾਦਸ਼ਾਹ ਹੋਰ ਹੋਇਆ ਹੋਏ ਹੋਏ ਪਰ ਰੋ ਕੇ ਕਹਿੰਦਾ ਬਾਬਾ ਜੀ ਚੱਲਾ ਸਫ਼ਰ ਤੇ ਹੀ ਆ, ਲੇਕਿਨ ਸਫ਼ਰ ਵੀ ਹੋ ਰਿਹਾ ਤੇ ਸਮਾਨ ਵੀ ਹੋ ਰਿਹਾ। ਬਾਬਾ ਫਿਰ ਬੋਲਿਆ, ਉਹਨੇ ਕਿਹਾ ਬਾਦਸ਼ਾਹ ਸਲਾਮਤ ਆਪੇ ਹੀ ਕਹਿਣ ਡਏ ਹੋ ਕਿ ਚੱਲਾ ਸਫ਼ਰ ਤੇ ਹੀ ਆ ਤੇ ਉਹਦਾ ਸਮਾਨ ਵੀ ਹੈ ਵੀ ਤੇ ਫਿਰ ਉਹ ਕਿੱਥੇ ਜੇ? ਬਾਦਸ਼ਾਹ ਦੀਆਂ ਫਿਰ ਚੀਕਾਂ ਨਿਕਲੀਆਂ। ਬਾਦਸ਼ਾਹ ਕਹਿੰਦਾ ਬਾਬਾ ਜੀ ਇਹੀ ਤੇ ਗਲਤੀ ਹੋ ਗਈ, ਸਾਰੀ ਉਮਰ ਉਹੀ ਸਮਾਨ ਇਕੱਠਾ ਕਰਦਾ ਰਿਹਾ ਜਿਹੜਾ ਇਹ ਸਫ਼ਰ ਵਾਲਾ ਹੈ, ਜਿਹੜਾ ਸਮਾਨ ਉਹ ਸਫ਼ਰ ਤੇ ਲੈ ਕੇ ਜਾਣਾ ਸੀ ਉਹ ਤੇ ਇਕੱਠਾ ਹੀ ਕੋਈ ਨਹੀਂ ਕੀਤਾ। मौलाना रूम फरमाते हैं कि बाबे ने कढ़िया फिर रुमाल, बाबे ने फिर कढ़िया रुमाल, रुमाल बादशाह वहा के कहने लगा बादशाह याद आए ये ਉਹੀ रुमाल है ਜਿਹੜਾ ਤੂੰ ਮੈਨੂੰ ਦੇ ਕੇ ਆਖਿਆ ਜਿਹੜਾ ਸਭ ਤੋਂ ਵੱਡਾ ਬੇਵਕੂਫ ਲੱਗਦਾ ਹੈ, रुमाल ਉਹਦੀ ਝੋਲੀ ਰੱਖ ਦੇ। ਉਸ ਦਿਨ ਤੇ ਮੈਂ रुमाल ਆਪਣੀ ਜੇਬ 'ਚ ਪਾ ਕੇ ਟੁਰ ਗਿਆ ਹਾਂ, ਲੇਕਿਨ ਬਾਦਸ਼ਾਹ ਅੱਜ रुमाल ਤੇਰੀ ਝੋਲੀ ਰੱਖਣ ਲੱਗਾ ਕਿਉਂਕਿ ਸਭ ਤੋਂ ਵੱਡਾ ਬੇਵਕੂਫ ਤੂੰ ਹੀ, ਜਿਹਨੂੰ ਅੱਲਾ ਨੇ ਇੰਨਾ ਟਾਈਮ ਦਿੱਤਾ, ਇੰਨੀ ਲੰਮੀ ਉਮਰ ਦਿੱਤੀ, ਸਿਹਤ ਦਿੱਤੀ, ਫਰਾਗਤ ਦਿੱਤੀ, ਆਸਾਇਸ਼ਾਂ ਦਿੱਤੀਆਂ, ਆਰਾਮ ਦਿੱਤਾ। तू मजदूरी नहीं करता, तू रेड़ी नहीं लाता, तू बेलचा नहीं चलाता, तू कई नहीं चलाता है, तू बादशाह सारा दिन वेला, फिर भी तू नफल नहीं इकट्ठे किए, फिर भी तू कुरान नहीं इकट्ठा किया, फिर भी तू दरूद नहीं इकट्ठा किया, फिर भी तू जिक्र अज़कार इकट्ठा नहीं किया, फिर भी तू किसी के काम नहीं आया है। फिर मैं सब तो बड़ा बेवकूफ बादशाह तू। ये मिसाल बयान करने के बाद फिर मौलाना रूम कहते हैं बंदे ध्यान करी
किते तू भी बादशाह बेवकूफ़ी ना कर दे, करी जी जरूरत है करी हो, लेकिन किते ऐ ना होए ऐ वाला इकट्ठा करता रह जे, वो वाला इकट्ठा ना कर। मौलाना रूम ने यह गल असर भी की, मियां मोहम्मद साहब ने सुखन च कर दी, लोए 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 ओ लोए लोए ओ पर लै कुड़िए जे दुध भांडा भरना। ये सियालकोट जाना होता है आपको, खादम अली रोड, उस वे बड़े बुजुर्गों का आस्थाना कीम अब्दुल रहमतुल्लाह तआला, फिर कीम अब्दुल रहमतुल्लाह तआला तो पहले कीम खादिम अली रहमतुल्लाह, भी माशाल्लाह प्रॉपर्टी को समझने वाले लोग बैठे। खादिम अली रोड ते प्रॉपर्टी है गड्डी की हुई उस दौर में चीज लगी। खादिम अली रहमतुल्लाह तआला का ना कोई इंजीनियर मुरीद हो गया, सारे मुरीदां नूं अपने पीरां नाल प्यार हुंदा है। ਉਹ ਕਹਿੰਦਾ ਕੀ ਆ ਕੇ ਅਰਜ਼ ਕੀ ਕਰਦਾ, ਕਹਿੰਦਾ ਮੀਆਂ ਜੀ ਤੁਸੀਂ ਕਿਤੇ ਜੰਗਲ 'ਚ ਵੀ ਬਹਿ ਜਾਓਗੇ ਨਾ, ਲੋਕਾਂ ਨੇ ਉੱਥੇ ਵੀ ਪਿੱਛੇ ਆ ਜਾਣਾ, ਐਡੀ ਕੰਮ ਦੀ ਜਗ੍ਹਾ ਰੋਡ ਉੱਤੇ, ਤੇ ਇਜਾਜ਼ਤ ਦਿਓ ਮੈਂ ਨਕਸ਼ਾ ਬਣਾ ਕੇ ਲਿਆਣਾ ਵਾ, ਤੇ ਅੱਲਾ ਨੇ ਕੋਈ 4 ਪੈਸੇ ਵੀ ਆਪ ਨੂੰ ਅਤਾ ਫਰਮਾਏ, ਤੇ ਸੋਹਣਾ ਜਿਹਾ ਇੱਥੇ ਪਲਾਜ਼ਾ ਬਣਾਈ। ਆਹਾ ਵੱਡੇ ਲੋਕ ਵੱਡੀਆਂ ਗੱਲਾਂ ਫਰਮਾਨ ਲੱਗੇ, ਭਾਈ ਅਸੀਂ ਆਪਣੇ ਵੱਡਿਆਂ ਕੋਲ ਗੱਲ ਸੁਣੀ ਹੈ, ਤੇ ਅਸੀਂ ਨਹੀਂ ਪਲਾਜ਼ਾ ਬਣਾਉਣਾ। ਉਹਨੇ ਅਰਜ਼ ਕੀਤੀ, ਹਜ਼ੂਰ ਕਿਹੜੀ ਗੱਲ ਸੁਣੀ? ਜ਼ਮਾਨੇ ਕੇ ਅੰਦਾਜ਼ ਬਦਲੇ ਗਏ, ਨਏ ਸਾਜ਼ ਹੈ ਰਾਗ ਬਦਲੇ, ਹੋ ਸਕਦਾ ਜਿਹੜੀ ਗੱਲ ਤੁਸੀਂ ਸੁਣੀ ਹੋਏ ਪੁਰਾਣਿਆਂ ਵੇਲਿਆਂ ਦੀ ਹੋਏ, ਜ਼ਮਾਨਾ ਬਦਲ ਗਿਆ। ਪਰ ਮੈਂ ਜਿੰਨਾ ਮਰਜ਼ੀ ਜ਼ਮਾਨਾ ਬਦਲ ਜਾਏ, ਲੇਕਿਨ ਗੱਲ ਬਦਲਣੀ। ਉਹਨੇ ਅਰਜ਼ ਕੀਤੀ, ਹਜ਼ੂਰ ਕੀ ਸੁਣਿਆ ਤੁਸੀਂ ਵੱਡਿਆਂ ਕੋਲ? ਫਿਰ ਮੈਂ ਅਸੀਂ ਵੱਡਿਆਂ ਕੋਲ ਸੁਣਿਆ ਕਿ ਪਲਾਜ਼ਾ ਨਾਲ ਨਹੀਂ ਲੈ ਕੇ ਜਾਣ ਦੇਣਾ, ਪਲਾਜ਼ਾ ਉਹਨਾਂ ਨੇ ਨਾਲ ਨਹੀਂ ਲੈ ਕੇ ਜਾਣਾ, ਤੇ ਜਿਹੜਾ ਨਾਲ ਹੀ ਨਹੀਂ ਲੈ ਕੇ ਜਾਣਾ ਤੇ ਉਹਨੂੰ ਗੱਲ ਨੂੰ ਬਣਾਉਣਾ। ਖਾਦੇ ਵਾਲੀ ਉਹ ਹੀ ਬਣਾਉਣ ਤੇ ਉਹ ਹੀ ਇਕੱਠਾ ਕਰਨ ਡਿਆ ਜਿਹੜਾ ਨਾਲ ਲੈ ਕੇ ਜਾਣਾ। ਬਣਾਓ ਪਲਾਜ਼ਾ, ਕੋਈ ਮਾਰਤ ਨਹੀਂ ਹੈ ਪਲਾਜ਼ਾ ਬਣਾਓ, ਲੇਕਿਨ ਪੁੱਤਰ ਉਹ ਵੀ ਤੇ ਬਣਾਓ ਜਿਹੜਾ ਨਾਲ ਖੜਾ। ਕੱਲ ਕੀ ਜਵਾਬ ਦੇਣਾ, ਕੀ ਕਹਿਣਾ, ਕੀ ਅੱਲਾਹ ਰਸੂਲ ਕੁਰਾਨ ਕੋਈ। ਸਪੈਸ਼ਲ ਮੇਰੇ ਬੱਚੇ ਜਿਹੜੇ ਮੇਰੇ ਜਵਾਨ ਵੀਰ ਬੈਠੇ ਪੁੱਤਰ, ਕਦੀ ਮੈਂ ਵੀ ਤੁਹਾਡੇ ਹਾਲ ਜਵਾਨ ਸੀ, ਅੱਜ ਮੱਠਾ ਮੱਠਾ ਤੁਰ ਪਿਆ, 40 ਦੇ ਆਖ ਲੋਤਾ ਟੱਪ ਲਿਆ, 40 ਤੁਰ ਪਿਆ ਦਾ ਪੁੱਤਰ। ਕਦੀ ਅਸੀਂ ਵੀ ਤੁਹਾਡੇ ਹਾਲ ਬੜੇ ਤਗੜੇ ਸੀ, ਕੋਈ ਨਹੀਂ ਸਾਫ ਖੁੱਲਦਾ ਹੈ ਸਭ। ਪਰ ਇੱਕ ਦਿਨ ਪੁੱਤਰ ਐਲਾਨ ਹੋ ਜਾਣਾ ਹੈ, ਤੁਸੀਂ ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਤੇ ਪੜ੍ਹ ਲੈਣਾ ਹੈ, ਸੁਲੇਮਾਨ ਸਿਪਾਹੀ ਕੀ ਕਰਾਂਗਾ ਪੁੱਤਰ ਨੂੰ ਜ਼ਿਆਦਾ ਐਂਡ ਆਈ ਹੋਣਾ, ਉੱਚੇ ਟਿੱਬੇ ਸ਼ੇਰਾ ਮੱਲੇ ਤੇ ਥਲ ਮੱਲੇ ਮੁਰਗਾਈਆਂ, ਚਾਰਾ ਨੁਕਰਾ ਮੌਤ ਨੇ ਮੱਲੀਆਂ ਤੇ ਫਜ਼ਲ ਕਰੀ ਰੱਬ। ਇਹਨਾਂ ਨੂੰ ਗੱਲ ਸਮਝ ਆ ਗਈ, ਜਾਂਦੀ ਡਾਢੇ ਅੱਗੇ ਨਹੀਂ ਪੇਸ਼ ਅੜਿਆ, ਜਾਂਦੀ ਡਾਢੇ ਅੱਗੇ ਨਹੀਂ ਪੇਸ਼, ਝੱਟ ਲਿਫ ਕੇ ਟਾਈਮ ਲਗਾ ਦੇ, ਜਿਹੜਾ ਟਾਈਮ ਹੈ ਵੇ ਪੁੱਤਰ ਸੋਹਣਾ ਲਗਾ, ਆਪਣੀਆਂ ਨਮਾਜ਼ਾਂ ਪੂਰੀਆਂ ਕਰੋ, कुरान शरीफ अल्लाह पुत्र नहीं पढ़ना आंदा ना शर्म करो, जिसने की शर्म उसके फूटे पुत्र। कल दसो कल की करना है, कल किस तरह नबी इस्लाम की बारगाह च नबी इस्लाम ने पूछ लिया उत्थे कि मैं तो स्पैशल किया भी सी कि मैं 2 भारियां शैवां छड़ के चला वा, एक कुरान छड़ के चला वा, एक अपनी अहले बैत छड़ के चला वा। नबी इस्लाम ने पूछ लिया की कीता तू कुरान दे नाल, की कहोगे क्यों भाई, की कहांगे नबी इस्लाम की बारगाह जो आपने पूछना है कि दस की कहांगे है ਅਸੀਂ ਕੀ ਕੀਤਾ ਕੁਰਾਨ ਨੂੰ। ਲੇਕਿਨ ਵੇਖ ਮੇਰੇ ਹੁਸੈਨ ਪਾਕ ਨੇ, ਹਾਏ ਹਾਏ ਕੁਰਬਾਨ ਜਾਈਏ, ਵੱਡੇ ਲੋਕ ਵੱਡੀਆਂ ਗੱਲਾਂ। ਕੁਰਾਨ ਤੇ ਉਮਤ ਨੂੰ ਨੇਜ਼ੇ ਤੇ ਉਮਤ ਨੂੰ ਕੁਰਾਨ ਪੜ੍ਹ ਕੇ ਦੱਸ ਛੜਿਆ ਕਿ ਕੁਰਾਨ ਹੈ ਕੀ ਹੈ, ਲੇਕਿਨ ਇੱਥੇ ਉਮਤ ਨੇ ਪੁੱਤਰ ਕੁਰਾਨ ਛੱਡ ਚਲਿਆ। ਬਿਲਕੁਲ ਨਾ ਪੁੱਤਰ, ਸਿੱਖੋ ਸੋਹਣਾ ਕਰਕੇ ਸਿੱਖੋ, ਇਹ ਤੁਹਾਡੇ ਕੋਲ ਪਾਕ ਲੋਕ ਹੈ ਉਲਮਾ, ਬਿਲकुल सोना करके सीखो और पढ़ो पुत्र अपने वालिदैन दी, सिर्फ वालिदा नहीं मैं किया वालिदैन। अम्मी भी ते अबू बेचारा साढ़े मुआशरे च अबू बेचारा बहुत बहुत ज्यादती हुई ਉਹਦੇ ਨਾਲ, माँ 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 पढ़ पढ़ के तू बेचारे मामा ठंडियां छावां, माँ की दुआ जन्नत की हवा। ते अबू जी बड़ा ਲੱਭਿਆ ਮੈਂ, ਅਬੂ ਜੀ ਵੀ ਲੱਭ ਜੇ, ਇੱਕ ਹੀ ਗੱਲ ਲੱਭੀ, ਪਿਓ ਦੀਆਂ ਗਾਲਾਂ ਤੇ ਘਿਓ ਦੀਆਂ ਨਾਲ, ਉਹਦੀਆਂ ਗਾਲਾਂ ਹੀ ਲੱਭੀਆਂ ਸਾਰੇ, ਹੋਰ ਕੱਖ ਲੱਭਾ ਹੀ ਨਹੀਂ। ਉਹ ਵਿਚਾਰਾ ਸੜਕ ਤੇ ਰੁਲ ਗਿਆ, ਗਰਮੀ 'ਚ ਉਹਦਾ ਚੰਬ ਸੜ ਗਿਆ, ਠੰਡ ਵਿੱਚ ਉਹਦਾ ਰਿਹਾ ਕੱਖ ਨਹੀਂ, ਪਿੱਪੜੇ ਉਹਨੇ ਆਪਣੇ ਖਰਾਬ ਕਰ ਲਏ ਠੰਡ ਔਲਾਦ ਵਾਸਤੇ। ਔਲਾਦ ਗੱਡੀਆਂ ਪਿੱਛੇ ਰਖਾਈ ਫਿਰਦੀ, ਇਹ ਮੇਰੀ ਮਾਂ ਕੀ ਦੁਆ ਹੈ, ਨਹੀਂ ਕੀ ਅਬੂ ਬਦੁਆ ਕਰਦਾ ਰਿਹਾ, क्यों नहीं छोड़िया तुझे? नहीं हजरत भाई, हर जुमले का कोई मन होता है, हर बात का कोई मकसद होता है। ये ਅਸੀਂ ਪਿਓ ਨੂੰ ਕੱਢਿਆ ਵੀ ਗੱਲ ਤੇ ਹੈ ਨਾ, ਕੀ ਹੋਏ ਕੀ ਜੇ ਨਵੇਂ ਤੁਹਾਡੇ ਮੁੰਡਿਆਂ ਦਾ ਜਿਹਨੇ ਬੈਠੇ ਤੇ ਮਾਂ ਕੀ ਦੁਆ, ਤੁਹਾਡੇ ਕੀ ਖਿਆਲ ਹੈ ਜਿਹੜਾ ਗੱਡੀ ਵਿੱਚ ਤੁਸੀਂ ਲਾਉਂਦੇ ਹੋ ਕਿ ਇਹ ਮੇਰੀ ਮਾਂ ਕੀ ਦੁਆ ਹੈ? ਮਾਂ ਅਬੂ ਜੀ ਨਹੀਂ ਦੁਆ ਕਰਦੇ थे? ਉਹ ਪੁੱਤਰਾ ਉਹਨੇ ਦੁਆ ਵੀ ਕੀਤੀ ਹੈ, ਨਾਲ ਉਹਨੇ ਮਜ਼ਦੂਰੀ ਵੀ ਕੀਤੀ, लेकिन हजरत जी इतना बड़ा जिगर है बाप का, इतना बड़ा सारा कुर्बानियां ते कुर्बानी। मुंडा गड्डी ਵਿੱਚ ਕੀ ਲਾ ਰਿਹਾ ਆ, ਇਹ ਮੇਰੀ ਪੜਿਆ ਉਹਨੇ, लेकिन कभी ਉਹਨੇ ਪੁੱਤਰ ਨੂੰ ਨਹੀਂ ਪੁੱਛਿਆ, ਪੁੱਤਰਾ ਚੱਲ ਠੀਕ ਹੈ ਤੇਰੀ ਮਾਂ ਦੀ ਦੁਆ ਹੈ,
फीसा कौन देता रहे? हर साल नवा बस्ता कौन लैके देता? हर साल नवियां किताबां कौन लैके देता? हर साल नवे बूट कौन लैके देता? पुत्तर है ये तुहानू नहीं पता लगता। जो प्यो बनोगे ना फिर पता लगता है। फिर पता लगता कि 3 महीने दी फीसा प्यो कट्ठियां देता रहा, किवें देता रहा, कि तरले करता रहा, कि मिन्नतां करता रहा, यार दे पैसे आपे बाद वापस कर दांगा, बच्चे की 3 महीने की कट्ठियां फीस देनी। और बच्चे गड्डी पिछे की लिखवा रहे आते हैं, ये मेरी कभी गल ही नहीं की, चुप करके गड्डी चलाई। चलो जिवें पुत्तर खुश, जिवें मेरा चैलेंज है, बीबियां का एडा जिहा दिल होंदा, जाओ गड्डी पिछे लिखवा के लै जाओ। ये मेरे अबू जी की दुआ है। जो दिन घर के सारे भांडे भूडे ना खड़क गए तो मेरा नाम बदल चढ़िया। बेचारा कभी बोलिया ही नहीं, कहता ठीक है तेरी मां की दुआ ठीक है कोई रह। साढ़े तो 40 साल का मुल ही कोई नहीं पाया, साढ़े तो 50 साल का मुल ही कख नहीं पाया, साढ़ा चम सड़ गया तेरे लिए। इन्ना वट्टा नहीं साढ़े को रड़िया जिन्ना मैं तेरे लिए रड़िया। तू साढ़े 40-50 साल का मुल ही नहीं पाया, तू गड्डी पिछे लिखवा लिया, ये मेरी मां की दुआ है। सानू तू घट ही छड़िया, असी ओवर टाइम भी लाए, असी गर्मी नहीं वेखी, असी सर्दी नहीं वेखी, असी बारिश नहीं वेखी। मैं सरगोदे गया बयान करा, बड़ी पुरानी गल है। हजरत जी ठंड ते धुंध, वो पता ही ना लगे धुंध विच ना चौंक च असी पहुंच गए, पता नहीं शही किहड़ा चौंक सी। हजरत जी अंत शुमार की ठंड, रात के 10-11 का टाइम। असी वो महफल वाले फोन किया, मैं कहा जी धुंध बहुत है, सानू नहीं पता लगता पिया, तुसीं आखले इलाका हो, तुहानू पता है कित्थे कित्थे मोड़ ने, सानू इत्थे आके लै जाओ। हजरत जी एक सब्जी वाला खलोता, ला के ना सब्जी खलोता था। मैं गया, मैं जाके आख्या मैं भैया कोई इन्नी ठंड है, अल्लाह दे बंदे जाके कोई आराम करूंगा। कहने लगे भाजी जो मैं भी आराम करांगा तो मेरे बच्चों का आराम खराब हो जाना, हो सकता है कोई आए तो मेरे को फल फ्रूट मिले, मैं तो ऐसा आस्ते उम्मीद खलो रहा था। तू यार मुल ही कोई नहीं पाया, तू कहना तेरी मां की दुआ है बस, तू उस बेचारे का मुल ही नहीं पाया। और रात 2:30 बजे तक तेरे लिए चौंक फल लैके खलोता रहा कि जो मैं घर आ गया तो सवेरे मेरे पुत्र का की बनेगा, सवेरे मेरी धी का की बनेगा, तुम उसका मुल ही नहीं पाया। मैं साहब किसी की बात नहीं करता, मैंने खुद घर से सीखा है। सन 2000 मरे कॉलेज में दाखिला लिया, कौमी स्कूल तो मैं तरक्की किया, मरे कॉलेज अल्लाह ने करम किया, सोच बदल गई कुछ। मैं बुढ़ापे की औलाद, शादी तो 17 साल बाद पैदा होया, अबू जी बापड़ा बेच सा, अबू जी रिटायरमेंट नेड़े आई दी है, क्योंकि एक ऑप्शन होंगे 25 साल से रिटायरमेंट ले लो, दूसरा ऑप्शन होंगे 60 साल तक जा सकते हो। अबू जी का इरादा यही कि मैं ले लाँगा 25, क्योंकि चलो छो उस गल। मैं घर आया, मैं आके गुजारिश की, मैं अबू जी कल तो मैं नहीं कॉलेज जाना। कहने लगे फिर की करना, मुझे इजाजत दो तो मैं हाल नहीं पढ़ना, कुरान पढ़ना। कहने लगे अच्छा पुत्र अल्लाह तेरी खैर करे, अल्लाह कहना चाहिए भाई मेरी रिटायरमेंट के दिन नेड़े आए ने, जाके कोई तू कम शम का जेन बना, तू 8-10 साल का लम्मा पैंडा, 2 साल तेन बच लग जाने, 6-8 साल तेन आलम फाजल बनद आलिम फाजल बनद लगने, 10 साल का लम्मा पैंडा, तू कि पासे लगा पै। कहने लगे यार बस दुआ करी कि तेरे आलिम बनने तक ना मैं जिंदा रहूँ। अच्छा पुत्र मैं पिछू बड़ा कुछ होया, खंबे तू डेग पाए, बांह टुट गई, प्लेटा सन अबू जी की बांह। फिर एक दिन काम पे करन हाथ लग गया तार, अबू जी वाला हाथ लग गया, लेकिन लगे रहे, मैं पढ़ता रहा तो लगे रहे, अखीर करम होया, बदल हो गया, मैं वापस आ गया। एक दिन असी सिरे खाना पे खाइए ना, प्यो पुत्र रोटी पे खाइए, तो वो अबू जी पहले उठ पे हाथ शाथ धो के ना मोटरसाइकिल का मुँह बाहर मुकी बाहर बूहे, तो मैं खान दिया था खाइए, तो मैं पूछा अबू जी कितने चले, वो यार मैं तेरा दफ्तर अंगूठा लाना है तो तू खा रोटी, तो मैं बाया, मैं क्या नहीं मैं नाल नहीं खा, एक रोटी खा, कितना माड़ा हो गया यार, मैं बाया खड़ा, मैं क्या नहीं अबू जी मैं आ गया, मैं तेरे नाल चलांगा, मैं निकल गया। मैं तो बुरकी मुँह पाई, तो मैं भी हाथ धो के अबू जी मोटरसाइकिल ले, मैं मोटरसाइकिल थले लाई, प्यो पुत्र दफ्तर टुर गए, मैं पिछे बह गया, अगे अबू जी काउंटर से टुर गए, एक कुड़ी सी काउंटर से ना भैन बैठी थी, मैं वेखा कि अबू जी ना अंगूठा लान, अंगूठा ना लगे, मैं पिछे वेखना पाया, कभी अंगूठे में इंजन करन, कभी इंजन करन, अंगूठा ना लगे, बहुत भी बार लाया उन्होंने। आखिर मैं उठ के गया, मैं जाके ना बड़ी काउंटर से बच्ची भैन बैठी, मैं पुत्र की होया, वो कहने लगी बुजुर्गों का अंगूठा नहीं लग रहा, तो आप इस तरह करें कोई लोशन लेके आएंगे और इनके अंगूठे पे ना लोशन लगाएं, धोने की कोई जरूरत नहीं है, टिश्यू से साफ करें, लेकिन अच्छी तरह लोशन लगाएं तो आए तो अंगूठा लग जाएगा। उन्होंने यही बाबा को गोडी छोटी करता आ गया हो, तो मिट्टी शिट्टी लगी है, मैंने अज भी याद है 32 रुपए का ना केयर लोशन, छोटी डब्बी, वो गोल जी होंगी, मैं लैके आया, मैं आके अबू जी ने अर्ज की, मैं अबू जी अपना हाथ दो, मैं लोशन लाओ, अरे जी अबू जी ने अपना हाथ मेरे हाथ च दिता, तो मैं वेख के हैरान रह गया, लीकां ही कोई नहीं, लीकां मेरे वास्ते मजदूरी कर करके, पौड़ियां चढ़ चढ़ के, तारा खिच खिच के, पलास पढ़ पढ़ के हथ, मैं वेख्या तो लीकां ही कोई नहीं। मैं अर्ज की अबू जी तड़ियां लीकां कितने गई,
फरमान लगे यार तेरियां बनाते बनाते मेरियां मिट गई है ਉਹਦੀਆਂ ਮਿਟਦੀਆਂ ਨੇ ਤੇ ਸਾਡੀਆਂ ਬਣਦੀਆਂ ਪੁੱਤਰ ਬੜੀ ਕਦਰ ਕਰੀ ਪਿਓ ਦੀ ਬੜੀ ਕਦਰ ਅਸੀਂ ਬੜੀ ਜ਼ਿਆਦਤੀ ਕੀਤੀ ਉਹਦੇ ਨਾਲ ਹੁਣ ਬਿਲਕੁਲ ਅਸੀਂ ਫਰਕ ਕਰ ਛੜਿਆ ਬੜਾ ਤੂੰ ਥੱਕੇ ਅਸੀਂ ਤਵੱਜੋ ਨਹੀਂ ਕੀਤੀ ਅਸੀਂ ਜਿਹੜੀ ਸਪੈਸ਼ਲ ਮੈਂਬਰਾਂ ਦੇ ਵੀ ਨਾਲ ਪੇਟ ਚੱਲ ਗਏ ਉਹਦਾ ਫਿਰ ਬੁੱਢੀਆਂ ਨੇ ਫਾਇਦਾ ਤੱਕ ਚੁੱਕਿਆ ਕਿ ਅਸੀਂ ਮਾਂ ਦੀ ਸੁਣਾਈ ਇੰਨੀ ਕਿ ਛੜੀ ਦੀ ਹੈ ਬੱਚੇ ਸਮਝਦੇ ਨੇ ਬਾਪ ਚਲਾ ਜਾਏਗਾ ਇੱਥੋਂ ਤੱਕ ਕਿ ਮਾਵਾਂ ਨੇ ਬੱਚਿਆਂ ਨੂੰ ਪਿਓਾਂ ਦੇ ਖਿਲਾਫ ਯੂਜ਼ ਤੱਕ ਕੀਤਾ ਮੈਂ ਨਹੀਂ ਸੀ ਮਾਸ਼ਰੇ ਕਰ ਅਸੀਂ ਮਾਂ ਨੂੰ ਉਹਦੇ ਸਾਹਮਣੇ ਬੱਚਿਆਂ ਦੇ ਇੰਝ ਪੇਸ਼ ਕੀਤਾ ਉਹਨੇ ਬੱਚਿਆਂ ਨੂੰ ਯੂਜ਼ ਕੀਤਾ ਖਿਲਾਰ ਦਿੱਤਾ ਪਿਓਾਂ ਦੇ ਸਾਹਮਣੇ ਅੱਲਾ ਪੁੱਤਰ ਉਹ ਜੰਨਤ ਜਿਹੜੀ ਮਾਂ ਦੇ ਪੈਰਾਂ ਥੱਲੇ ਇਹ ਦਰਵਾਜ਼ਾ ਉਹਦਾ ਕੌਣ ਹੈ ਦਰਵਾਜ਼ਾ ਉਹਦਾ ਕੌਣ ਹੈ ਦਰਵਾਜ਼ਾ ਉਹਦਾ ਕੌਣ ਹੈ ਪੁੱਤਰ ਉਹਦੇ ਬਗੈਰ ਤੇ ਨਹੀਂ ਜੰਨਤ 'ਚ ਜਾਇਆ ਜਾਣਾ ਕੋਈ ਲੇਕਿਨ ਕਿਉਂਕਿ ਭੇਡ ਚਾਲ ਹੈ ਸਟੇਜਾਂ ਦੇ ਬਾਅਦ ਜਿਹੜੀ ਚਾਲ ਚੱਲ ਪਈ ਬਸ ਚੱਲ ਪਈ ਕਿਉਂਕਿ ਮਾਂ ਚੱਲ ਪਈ ਤੇ ਮਾਂ ਚੱਲ ਪਈ ਫਿਰ ਉਹ ਮਾਂ 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 ਉਹਦਾ ਨਾਂ ਹੀ ਕੋਈ ਨਹੀਂ ਅੱਲਾ ਕੁਰਾਨ ਕੀ ਕਹਿੰਦਾ ਹੈ ਪਹਿਲਾ ਸਪਾਰਾ وَإِذْ أَخَذْنَا مِيثَاقَ بَنِي إِسْرَائِيلَ لَا تَعْبُدُونَ إِلَّا اللَّهَ ਫਿਰ ਅੱਗੇ ਕੀ ਫਰਮਾਇਆ وَبِالْوَالِدَيْنِ إِحْسَانًا ਦੋਆਂ ਦਾ ਨਾਲ ਫਿਰ 15ਵਾਂ ਸਪਾਰਾ وَإِذَا قَضَى رَبُّكَ أَلَّا تَعْبُدُوا إِلَّا إِيَّاهُ وَبِالْوَالِدَيْنِ إِحْسَانًا ਫਿਰ ਦੋਆਂ ਦਾ ਨਾਲ ਫਿਰ ਸੂਰਾ ਲੁਕਮਾਨ ਅਨਿਸ਼ਕੁਰ ਲੀ ਵਲਿਵਾਲਿਦੈਕ ਫਿਰ ਦੋਆਂ ਦਾ ਲੇਕਿਨ ਕੀ ਹੈ ਅਸੀਂ ਸਟੇਜ ਆ ਰਹੇ ਨੇ ਬਸ ਹੁਣ ਉਹ ਪੁੱਤਰ ਸਾਡੇ ਸਮਝਦੇ ਨੇ ਅਬੂ ਜੀ ਜਿਹੜੇ ਨਾ ਬਸ ਬਾਹਰ ਗਈ ਭਾਵੇਂ ਪੁੱਛੋ ਭਾਵੇਂ ਨਾ ਪੁੱਛੋ ਭਾਵੇਂ ਪੁੱਤਰ ਯਾਦ ਰੱਖਣਾ ਬਹੁਤ ਜ਼ਿਆਦਤੀ ਕਰਤੇ हैं हम इनके साथ बड़े पुत्रा ने बरोज़े क़यामत ऐ साल च लिया जाना है वो अपने माँ प्यो के खाते रो क्योंकि मिस भाई साहब की गल्लां करी कभी औलाद भी माँ प्यो के खाते रो हाँ पुत्तर गोली नाल नहीं मारता मैं ਜ਼ਹਿਰ ਦੇ ਕੇ ਨਹੀਂ ਮਾਰਦਾ ਬਲਕਿ ਅਸੀਂ ਕਿਸ ਤਰ੍ਹਾਂ ਮਾਰਨੇ ਆਪਣੇ ਰਵੱਈਆਂ ਨਾਲ ਮਾਰਨੇ ਗੋਲਿਆਂ ਦੇ ਮਾਈ ਬਾਬੇ ਕਿਉਂ 100 ਸਾਲ ਤੇ ਜਾਂਦੇ ਨੇ ਤੇ ਸਾਡੇ ਕਿਉਂ ਭੁੱਗ ਜਾਂਦੇ ਨੇ 55 60 ਉੱਤੇ ਜਾ ਕੇ ਰਵੱਈਏ ਮਾਰ ਚੁੱਕਦੇ ਨੇ मैं ये मेरा 13 शाबान को 2-2.5 माह के बाद दौरा करके वापस आया यूरोप था इंग्लैंड था सारा जब भी जाता हूँ ना तो छोटा बेटा इब्राहिम मैं उससे पूछता हूँ भाई इब्राहिम तेरे लिए की लैके आना या इतने भी कभी कितने 2-3-4 दिन ली जावा तो बच्चा उन्हें एक ही गल कहनी बाबा गाड़ी लेके आना कभी याद रही है कभी नहीं रही है लेकिन गल तो याद है ना कि मैं जो जाना हाँ तो मैं इब्राहिम नूं पुछना हूँ हूँ मेरे अल्लाह ने जे चाया टाइम आया अल्लाह करे आए जी मैं बुढ़ा हो जाना है मैं मंजी से बह जाना नहीं है नहीं मत रहनी है इब्राहिम नान जान लग पेगा होना की एक दिन मैं मंजी से बैठा था तो इब्राहिम चला तो इब्राहिम की बुढ़ी इब्राहिम का बैग तैयार करती पई तो हुण पुछदी पई है किन्नियां पगां रखां जे इब्राहिम दसदा पिया किन्नियां वेस्टकोटां रखां जे इब्राहिम दसदा पिया किन्ने सूट रखां जे इब्राहिम दसदा पिया तो मेरे अंदर तूफान चलदा पिया काहदा इब्राहिम मैनू क्यों नहीं पुछदा पिया बुरी चला वा तो तुहाडे लई की लै गया मेरे अंदर तूफान आया मैं कुड़न डया मैं अंदर पुछना पिया और जी कुड़न है जी पुछण है जो तूफान है उन्हें की करना है या उन्हें इन्हू ठा कर छड़ना है तो या उन्हें इन्हू ठा कर छड़ना क्योंकि किन्नी देर को तूफान बर्दाश्त करेगा पूरे रोज़ किन्नी बारी आना है या इन्हें ठा हो जाना है या अस्पताल जाना है डॉक्टर ने लिखना की है मौत की वजह हरकत कल्ब का रुक जा लेकिन डॉक्टर को पता ही नहीं कि औलाद ने इस कल्ब ना किया की है कि रोकी गया उन्हें लिखना है मौत की वजह इस वेन का फट जाना लेकिन डॉक्टर को पता ही नहीं कितना को प्रेशर पिया ਜਿਹੜਾ ਵੇਨ को नहीं बर्दाश्त होया और वेन आ हो गई उधर कदर करिए बेटा बुढ़ी भी है नहीं कि उन्होंने रगड़ छड़ना पड़ के क्योंकि हुण इंज डे है कोई भरवान है जो बैलेंस करता पे ये कोई बुढ़ी रगड़ छड़ता है माँ प्यो तो कोई माँ प्यो रगड़ छड़ता है ना बैलेंस वो जो तेरी माँ है तो वह भी किसी माँ की धी वह भी किसी के दिल का टुकड़ा है वह भी किसी के जिगर का टुकड़ा है ना उन्होंने तो ना किस ना फिर किन्ने में पिटना मैं कुरान तेनू मैनू कहन दिया वअलमू अन्नमा अम्वालुकुम व औलादुकुम फितना पर मैं तेरा इम्तिहान लेना है तेरे जरिए से अच्छा अल्लाह जी मैं इम्तिहान च पास होवां ना बुढ़ी रगड़ा ना मां रगड़ा ना बुढ़ी रगड़ा ना भैन रगड़ा ना बुढ़ी रगड़ा ना भरा रगड़ा बैलेंस से रखा सारियां नू राजी रखा ते रगड़ मैं करता विच फिर मेरे लिए की है ते अल्लाह कहंदे ने वल्लाहु इंदहु अजरुन अज़ीम तेरे लिए अजर अज़ीम है लेकिन की करदे बंदे आपे नहीं रगड़ाउंदे रगड़ या ओनू छड्डदे ने ते या मैनू अल्लाह ने कहा अर्रिजालु कव्वामूना अलन निसा मैनू अल्लाह ने घर दा हाकम बनाया हाकम रगड़िया जांदा रहा या नहीं रगड़दा बैलेंस करो पुत्तर बैलेंस वो भी किसी ने दिल दा टुकड़ा है वो भी किसी मां दी थी वो भी किसी प्यो दी थी ना ओहदे नाल भैन करो ते ना मां बैलेंस करो ऐ इम्तिहान इत्थे आजमाइश है इत्थे साडी जांच है इत्थे सानू चेक कीता जाना
बैलेंस करो मेरे पुत्र। और जैसे मैंने कहा है इकट्ठा करिए पुत्र, वो जड़ा नाल लैके जाना। तो ਉਹਦਾ पुत्र एक बेहतरीन जरिया इतिकाफ है, ਉਹਦਾ एक बेहतरीन जरिया इतिकाफ भी है, जिस ਦੇ ਉੱਤੇ ਪੁੱਤਰ ਕੋਈ ਜ਼ਿੰਮੇਵਾਰੀ ਨਹੀਂ, ਜਿਹਦੇ ਉੱਤੇ ਕੋਈ ਐਸੀ ਜ਼ਿੰਮੇਵਾਰੀ ਉਹਦੇ ਬਗੈਰ ਸਰਦਾ ਏ, ਕੰਮ ਚੱਲਦਾ ਏ, ਮੈਂ ਗੁਜ਼ਾਰਿਸ਼ ਕਰਾਂਗਾ ਜ਼ਰੂਰ ਇਤਿਕਾਫ ਬੈਠੋ, ਜ਼ਰੂਰ ਇਤਿਕਾਫ ਬੈਠੋ ਪੁੱਤਰ, ਬਹੁਤ ਸੋਹਣਾ ਕੰਮ ਹੈ। 10 ਦਿਨ ਜੀ ਰੱਬ ਦੇ ਆ ਕੇ ਬਹਿ ਰਵਾਂਗੇ, 10 ਦਿਨ ਆ ਕੇ ਬਹਿ ਰਵਾਂਗੇ। ਜਿਸ ਤਰ੍ਹਾਂ ਮੀਆਂ ਸਾਹਿਬ ਨੇ ਆਖਿਆ ਦਰ ਤੇਰੇ ਤੇ ਮੈੜੀਆਂ ਕਰਤਾ, ਜਿਵੇਂ ਬਾਲ ਜਾਣਾ ਇੱਕ ਨਿੱਕੀ ਜਿਹੀ ਜ਼ਿੱਦ ਕਰ ਬੈਠੀ, ਮੈਂ ਖਾਲੀ ਨਹੀਂ ਜਾਣਾ ਕੋਈ। 10 ਦਿਨ ਨੀਅਤ ਕਰਕੇ ਬਹਿ ਰਵਾਂਗੇ, ਖਾਲੀ ਨਹੀਂ ਭਾਜੀ ਜਾਣ ਦੇਗਾ ਬੜਾਕੀ। ਮੈਂ ਕੰਮਾਂ ਨਾਲ ਇਕੱਠਾ ਗੱਲਾਂ ਮੇਰੇ ਜਿਹੜੇ ਕਰੋਨਾ ਆਏ, ਮੈਂ ਨਹੀਂ ਖਾਲੀ ਜਾਣ ਦੇ ਆਉਂਦੇ ਪਹਿਲੇ ਨੈਸਲੇ ਦਾ ਜੂਸ ਜਾਂ ਹੋਰ ਜੋ ਅੱਲਾ ਨੇ ਤੌਫੀਕ ਦਿੱਤੀ ਹੈ, ਚਲੋ ਨੈਸਲੇ ਨੂੰ ਛੱਡੋ ਮਾਰੋ ਪੰਪ ਤੱਕ, ਜੋ ਅੱਲਾ ਨੇ ਹੋਰ ਕੋ ਸੋਹਣੀ ਤੌਫੀਕ ਦਿੱਤੀ ਹੈ ਸੋਹਣਾ ਕਰਕੇ ਹਾਂਜੀ, ਫਿਰ ਸੋਹਣਾ ਖਾਣਾ, ਫਿਰ ਸੋਹਣੀ ਚਾਹ। ਸਾਡੇ ਵਿਹੜੇ ਆਏ, ਅਸੀਂ ਇੰਨੇ ਚਾਹ ਕਰ ਜਾਂਦੇ ਹਾਂ, ਤੇ ਸਾਹਿਬ ਜਿਹੜਾ ਮੇਰੇ ਅੱਲਾ ਦੇ ਦਰ ਤੇ ਮੇਰੇ ਅੱਲਾ ਦੇ ਘਰ ਆਏਗਾ, ਅੱਲਾ ਖਾਲੀ ਲੁਟਾਏਗਾ। ਇਸ ਲਈ ਪੁੱਤਰ ਮੈਂ ਫੇਰ ਕਵਾਂਗਾ ਐਸ ਨੀਅਤ ਨਾਲ ਕਿ 10 ਦਿਨ ਪੁੱਤਰ ਗੁਨਾਹਾਂ ਤੋਂ ਬਚ ਜਾਣਗੇ, 10 ਦਿਨ ਨਾਲ ਸਾਰੀਆਂ ਨਮਾਜ਼ਾਂ ਜਮਾਤ ਨਾਲ ਪੜ੍ਹਾਂਗੇ। ਸਭ ਤੋਂ ਵੱਡਾ ਕੰਮ ਜਿਹੜਾ ਹੈ ਇਤਕਾਫ ਦੀਆਂ ਬਰਕਤਾਂ ਦੀ ਬਰਕਤ, ਇਹ ਲੈਲਤੁਲ ਕਦਰ ਪੱਕੀ ਹੋ ਜਾਂਦੀ ਹੈ। ਤੇ ਉਹਨੇ ਤੇ ਨੀਵੀਂ ਜਾਗਣੀ ਹੈ, ਹੁਣ ਤੇ ਅਸੀਂ ਨੀਵੀਂ ਜਾਗਣੀ, ਲੈਲਤੁਲ ਕਦਰ ਵੀ ਪੱਕੀ ਹੋ ਜਾਂਦੀ, ਕਿਉਂਕਿ ਮਸਜਿਦ ਹਾਜ਼ਾ ਵਿੱਚ ਮਾਸ਼ਾਅੱਲਾ ਦਾਵਤ ਇਸਲਾਮੀ ਦੇ ਤਹਿਤ ਜਿਹੜਾ ਨਾ ਉਹ ਇਤਕਾਫ ਕਰਵਾਇਆ ਜਾਏਗਾ ਮਾਸ਼ਾਅੱਲਾ। ਇਤਕਾਫ ਹੋਏਗਾ, ਇਤਕਾਫ ਹੋਏ ਤੇ ਫਿਰ ਦਾਵਤ ਇਸਲਾਮੀਆਂ ਦੇ ਨਾਲ ਹੋਏ ਤੇ ਫਿਰ ਤੇ ਹੋਰ ਮਜ਼ਾ, ਨਾਲ ਵਜ਼ੂ ਠੀਕ ਹੋ ਜਾਏਗਾ, ਗੁਸਲ ਠੀਕ ਹੋ ਜਾਏਗਾ, ਮਸਾਇਲ ਪਤਾ ਲੱਗ ਜਾਣਗੇ, ਸੁਨਨਤਾਂ ਕਿੰਨੀਆਂ ਸਿੱਖ ਲਵਾਂਗੇ। ਜਿਹੜੇ ਨਾ ਮੈਂ ਵੇਖਿਆ ਦਾਵਤ ਇਸਲਾਮੀਆਂ ਨੂੰ ਸਹੀ ਜੋ ਕੇ ਵੀ ਰੱਖਦੇ ਨੇ, ਸੋਹਣੇ ਸੋਹਣੀਆਂ ਕਰਦੇ ਨੇ, ਉਹਨਾਂ ਵੀ ਇੰਨੀ ਚਾਹੀਦਾ ਸੋਹਣਾ ਇਤਕਾਫ ਨਹੀਂ ਕਰਦੇ। ਬੜਾ ਮਜ਼ਾ ਆਉਂਦਾ ਦਾਵਤ ਇਸਲਾਮੀ ਇਤਕਾਫ ਕਰਨ ਦਾ, ਕਿਉਂਕਿ ਅਸੀਂ ਆਪਣੇ ਬਚਪਨ 'ਚ ਸਕੂਲ ਦੌਰ ਸੀ ਅਸੀਂ ਕਰਦੇ ਰਹੇ, ਬੜਾ ਮਜ਼ਾ ਆਉਣਾ। ਉਹ ਜਦੋਂ ਜ਼ੋਰ ਦਾ ਟਾਈਮ ਆਉਣਾ ਤੇ ਉਹਨਾਂ ਨੇ ਹੱਥ ਲਾ ਮਿੱਠੇ ਮਿੱਠੇ ਇਸਲਾਮੀ ਭਾਈ ਉੱਠ ਜਾਂਦੇ, ਮੈਂ ਨੀਂਦਰ ਆਈ ਯਾਰ, ਮੈਂ ਤਾਜੁਰ ਵਾਸਤੇ ਉਠਾਣਾ ਮਿੱਠੇ ਮਿੱਠੇ ਇਸਲਾਮੀ ਭਾਈ ਪੈਰ ਦਬਾ ਕੇ ਨਾ, ਬੜਾ ਮਜ਼ਾ ਆਉਣਾ। ਉਹ ਇਹ ਤਰਾਵੀਆਂ ਪੜ੍ਹ ਕੇ ਮਾਸ਼ਾਅੱਲਾ ਦਰਸ ਹੋਣਾ, तो ये सुते ही होना, थोड़ी देर बाद उन्होंने आ जाना, इस्लामी भाई मीठे मीठे इस्लामी भाई तहज्जुद पढ़ ले, मैं याद था होने थोड़ा जिहा, बड़ा मजा आ रहा साहब इतिकाफ दा आना, मजा भी आई है ना। 10 दिन चलो आए तो कोई बंदा लैके जाए, बड़ियां दीन दियां गल्लां सुनने मिल जानियां, बड़ा पुत्तर दावत इस्लामी वालियां दा काम है। आले सुन्नत उत्ते इस्लाम उत्ते करन दे भारी लोग किनू गल्लां नहीं करते, सारे लोगों का काम ही गल्लां करना, इन्हां ने नबियां वलियां नूं माफ कोई नहीं कीता है, लेकिन पुत्तर काम भी ते वेखो कभी तुसीं, जिथे ते एडा वड्डा काम होए कोई छोटी मोटी हो जाए हो जांदी है, लेकिन तुसीं छोटी मोटी ना वेखो, एडा वड्डा वेखो। बाहर नजर साहब चैनल है, कोई कमर्शियल नहीं है, चैनल चलता पे, चैनल तुहानूं नमाज़ां सिखा रहा है, तुहानूं सुन्नियत सिखा रहा है, तुहानूं अदब सिखा रहा है नहीं, और हज़रत उन्हां दे कितने शोभाजात देखो तुसीं। ते इसलिए पुत्तर क्योंकि मैं मुनासिब नहीं समझदा, अल्लाह दा शुक्र है, अल्लाह कबूल हर साल अल्लाह मैनूं नहीं तौफीक दे, अल्लाह वो अल्लाह माफी दे, जेह्ड़े कहना देना नहीं चाहिदा, जेह्ड़ियां आखिरी ताक रातां ने तुहानूं पता साड़ियां मौलवियां दियां ते फिर ओह, लेकिन सारा साल यार यही काम कीता है। 10 दिन मालक दे दारू ते अल्लाह माफ कर दे। इसलिए पुत्तर फिर मैं कहांगा भाजी जिदा चलदा है, जिदा चलदा है अगर जरूर आओ, यही नाल जाना भाजी। लत ना कड्डो तो कोई भी नहीं कड्डी जाती है, कड़ लोगे तो निकल आती है, कड्डो पुत्तर अपनी अपनी लत और आओ 10 दिन आके अल्लाह दे मेहमान बनो, 10 दिन का इतिकाफ करो